ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਤਨਾਮ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ ਜੀ। ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਜੀ 12 ਅਪ੍ਰੈਲ ਦੇ ਕਰੰਟ ਅਫੇਅਰ। ਤੇ ਪਹਿਲਾਂ ਤੁਹਾਡੇ ਹੋਮਵਰਕ ਦੀ ਗੱਲ ਕਰਦੇ ਹਾਂ ਜੀ। ਇਹ ਤੁਹਾਡੇ ਦੋ ਲਾਸਟ ਕਲਾਸ ਦੇ ਕੁਐਸਚਨ ਆ ਜੀ। ਪਹਿਲਾ ਕੁਐਸਚਨ ਸੀਗਾ ਕਿ ਸੰਯੁਕਤ ਰਾਸ਼ਟਰ ਅਸੈਂਬਲੀ ਨੇ ਮਨੁੱਖੀ ਅਧਿਕਾਰ ਪਰਿਸ਼ਦ ਚੋਂ ਕਿਹੜੇ ਦੇਸ਼ ਨੂੰ ਸਸਪੈਂਡ ਕਰਤਾ ਗਾ ਜੀ, ਬਾਹਰ ਕੱਢਤਾ ਜੀ। ਤਾਂ ਇਹ ਰਸ਼ੀਆ ਨੂੰ ਕੱਢਿਆ ਗਿਆ ਜੀ। ਜਿਹੜਾ ਯੂਕਰੇਨ 'ਚ ਯੁੱਧ ਚੱਲ ਰਿਹਾ ਜੀ, ਉਹਦੇ ਕਰਕੇ ਰਸ਼ੀਆ ਨੂੰ, ਰੂਸ ਨੂੰ ਬਾਹਰ ਕੱਢ ਦਿੱਤਾ ਗਿਆ ਜੀ ਇਹਦੇ ਚੋਂ। ਤੇ ਦੂਜਾ ਕੁਐਸਚਨ ਹੈਗਾ ਜੀ, ਕਿਹੜੀ ਐਗਰੀਕਲਚਰ ਯੂਨੀਵਰਸਿਟੀ ਨੇ ਫਸਲਾਂ ਦੀ ਬਿਮਾਰੀ ਨੂੰ ਜਲਦ ਪਛਾਣ ਕਰਨ ਵਾਸਤੇ NEC ਲੈਬੋਰਟਰੀਆਂ ਨਾਲ ਸਮਝੌਤਾ ਕੀਤਾ ਜੀ। ਤਾਂ ਇਹ ਕੀਤਾ ਜੀ ਤਾਮਿਲਨਾਡੂ ਦੀ ਯੂਨੀਵਰਸਿਟੀ ਨੇ। ਤਾਮਿਲਨਾਡੂ ਐਗਰੀਕਲਚਰ ਯੂਨੀਵਰਸਿਟੀ ਨੇ ਕੀਤਾ ਗਾ ਜੀ। ਠੀਕ ਹੈ ਜੀ। ਇੱਕ ਤੁਹਾਨੂੰ ਕੁਐਸਚਨ ਹੋਰ ਦਿੱਤਾ ਸੀ ਜੀ ਕਿ ਹੁਣ ਰੀਸੈਂਟਲੀ ਇੱਕ ਆਪਣੀ ਸਕੀਮ ਸੀ ਕਿ ਬਹੁਤ ਵੱਡੀ ਚੱਲ ਰਹੀ ਜੀ, ਤੇ ਉਹਦੇ 6 ਸਾਲ ਪੂਰੇ ਹੋ ਗਏ, ਉਹਦਾ ਨਾਂ ਕੀ ਸੀ? ਤਾਂ ਇਹ ਹੈ ਜੀ ਸਟੈਂਡ ਅਪ ਇੰਡੀਆ। ਇਹਦੇ 6 ਸਾਲ ਪੂਰੇ ਹੋ ਗਏ ਜੀ, ਤੇ ਇਹਨੂੰ 2025 ਤੱਕ ਲਈ ਐਕਸਟੈਂਡ ਵੀ ਕਰ ਦਿੱਤਾ ਗਿਆ ਹੈਗਾ। ਇਹ ਆਪਾਂ ਪਿਛਲੀ ਕਰੰਟ ਅਫੇਅਰ ਦੇ ਵਿੱਚ ਕਰ ਚੁੱਕੇ ਹਾਂ ਜੀ ਵਧੀਆ ਤਰੀਕੇ ਨਾਲ। ਤੇ ਅੱਜ ਦੀ ਕਲਾਸ ਨੂੰ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ। ਪਹਿਲੀ ਨਿਊਜ਼ ਹੈ, ਚੌਥੀ ਭਾਰਤ ਅਤੇ USA 2+2 ਮੰਤਰੀ ਪੱਧਰ ਗੱਲਬਾਤ ਵਿੱਚ ਭਾਰਤ ਦੀ ਅਗਵਾਈ ਕਿਸ ਦੁਆਰਾ ਕੀਤੀ ਗਈ? ਆਪਸ਼ਨਾਂ ਨੇ ਜੀ ਰਾਜਨਾਥ ਸਿੰਘ, ਜੈ ਸ਼ੰਕਰ, ਨਰਿੰਦਰ ਮੋਦੀ, ਫਸਟ ਐਂਡ ਸੈਕਿੰਡ। ਤਾਂ ਇਹ 2+2 ਹੈ ਜੀ, ਮਤਲਬ 2 ਆਪਣੇ ਦੇਸ਼ ਦੇ ਜੀ ਤੇ 2 ਹੀ ਉਧਰਲੀ ਸਾਈਡ ਦੇ ਜੀ, ਤਾਂ ਕਰਕੇ 2+2 ਹੈ ਜੀ। ਤਾਂ ਇਹਦੇ 'ਚ ਪਾਰਟੀਸਪੇਟ ਕੀਤਾ ਜੀ ਰਾਜਨਾਥ ਸਿੰਘ ਤੇ ਜੈ ਸ਼ੰਕਰ ਜੀ ਵੱਲੋਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਸੀ ਜੀ ਇਸ ਮੀਟਿੰਗ ਦੇ ਵਿੱਚ। ਕਿਹੜੇ ਕਿਹੜੇ ਦੇਸ਼ਾਂ ਵਿਚਕਾਰ ਹੋਈ ਆ? USA ਤੇ ਇੰਡੀਆ। ਤੇ ਚੌਥੀ ਮੀਟਿੰਗ ਹੈਗੀ ਜੀ। ਠੀਕ ਹੈ। ਜਿਹੜੀ ਲਾਸਟ ਮੀਟਿੰਗ ਹੋਈ ਸੀ ਉਹ 2020 ਦੇ ਵਿੱਚ ਹੋਈ ਸੀ ਜੀ, ਤੇ ਉਹ ਆਪਣੀ ਹੋਈ ਸੀ ਨਵੀਂ ਦਿੱਲੀ ਦੇ ਵਿੱਚ ਹੋਈ ਸੀ ਜੀ। ਅਗਲੀ ਕੁਐਸਚਨ ਹੈ, ਕਿਸ ਰਾਜ ਸਰਕਾਰ ਨੇ 1064 ਐਂਟੀ ਕਰਪਸ਼ਨ ਮੋਬਾਈਲ ਐਪ ਨਾਂ ਦੀ ਇੱਕ ਭ੍ਰਿਸ਼ਟਾਚਾਰ ਵਿਰੋਧੀ ਮੋਬਾਈਲ ਐਪ ਲਾਂਚ ਕੀਤੀ ਹੈ? ਆਪਸ਼ਨਾਂ ਨੇ ਜੀ ਮਹਾਰਾਸ਼ਟਰਾ, ਪੱਛਮੀ ਬੰਗਾਲ, ਸਿੱਕਮ ਤੇ ਉੱਤਰਾਖੰਡ। ਤਾਂ ਇਹ ਕੀਤੀ ਹੈ ਜੀ ਉੱਤਰਾਖੰਡ ਨੇ ਲਾਂਚ ਕੀਤੀ ਹੈ ਜੀ। ਜਿਵੇਂ ਕੁਛ ਦਿਨ ਪਹਿਲਾਂ ਆਪਣੇ 23 ਮਾਰਚ ਨੂੰ ਜੀ ਜਿਹੜੇ ਆਪਣੇ ਪੰਜਾਬ ਦੇ CM ਬਣੇ ਨੇ ਨਵੇਂ ਜੀ, ਸਰਦਾਰ ਭਗਵੰਤ ਮਾਨ ਜੀ ਨੇ ਕੀਤੀ ਸੀ ਇੱਕ WhatsApp ਨੰਬਰ ਲਾਂਚ ਕੀਤਾ ਸੀ ਜੀ, ਵੀ ਜੇ ਕੋਈ ਵੀ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਜਾਂ ਕਿਤੇ ਵੀ ਕਰਪਸ਼ਨ ਹੋ ਰਹੀ ਆ ਤਾਂ ਤੁਸੀਂ ਉਸ WhatsApp ਨੰਬਰ ਦੇ ਉੱਤੇ ਉਹਦੀ ਵੀਡੀਓ, ਕੋਈ ਆਡੀਓ ਜਾਂ ਜਿਹੜੀਆਂ ਫੋਟੋਗ੍ਰਾਫਸ ਨੇ ਉਹ ਤੁਸੀਂ ਭੇਜ ਸਕਦੇ ਹੋ। ਤਾਂ ਇਹ ਐਪ ਵੀ ਉਹੀ ਕੰਮ ਕਰਦੀ ਹੈ ਜੀ। ਇਹਦੇ 'ਚ ਜਿੱਥੇ ਵੀ ਤੁਹਾਨੂੰ ਕਰਪਸ਼ਨ ਮਿਲਦੀ ਹੈ ਜੀ, ਤੁਸੀਂ ਭ੍ਰਿਸ਼ਟਾਚਾਰ ਦੀ ਸਿੱਧੀ ਸ਼ਿਕਾਇਤ ਕਰ ਸਕਦੇ ਹੋ ਜੀ ਇਸ ਐਪ ਦੇ ਥਰੂ ਅੱਪਰ ਲੈਵਲ ਅਧਿਕਾਰੀਆਂ ਨੂੰ। ਤੇ ਜਿਹੜੀ ਇਹ ਐਪ ਆ ਜੀ, ਇਹ ਇਸ ਟਾਈਮ ਹਿੰਦੀ ਤੇ ਇੰਗਲਿਸ਼ 2 ਲੈਂਗੁਏਜ ਦੇ ਵਿੱਚ ਅਵੇਲੇਬਲ। ਅਗਲਾ ਕੁਐਸਚਨ ਹੈ ਜੀ, ਹਾਲ ਹੀ ਵਿੱਚ ਅਵਿਸ਼ਵਾਸ ਪ੍ਰਸਤਾਵ ਦੁਆਰਾ ਕਿਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹਟਾਇਆ ਗਿਆ? ਤਾਂ ਆਪਸ਼ਨ ਨੇ ਜੀ ਅਮਰੀਕਾ, ਰੂਸ, ਚੀਨ ਤੇ ਪਾਕਿਸਤਾਨ। ਤੇ ਪਾਕਿਸਤਾਨ ਦੇ ਨੂੰ ਜਿਹੜੇ ਸੀਗੇ ਜੀ ਹੁਣ ਪ੍ਰਾਈਮ ਮਿਨਿਸਟਰ ਆਪਣੇ ਇਮਰਾਨ ਖਾਨ ਜੀ, ਇਹਨਾਂ ਨੂੰ ਆਪਦੇ ਜਿਹੜੇ ਜਾਣੀ ਕਿ ਪ੍ਰਾਈਮ ਮਿਨਿਸਟਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਜੀ ਨੋ ਕੌਨਫੀਡੈਂਸ ਮੋਸ਼ਨ ਦੇ ਦੁਆਰਾ। ਇਹ ਪਾਕਿਸਤਾਨ ਦੇ 22ਵੇਂ ਪ੍ਰਾਈਮ ਮਿਨਿਸਟਰ ਸੀ ਜੀ, ਤੇ ਵੈਸੇ ਇਹ ਪਹਿਲਾਂ ਕ੍ਰਿਕਟ ਦੇ ਪਲੇਅਰ ਵੀ ਰਹੇ ਨੇ ਜੀ। ਅਗਲੀ ਨਿਊਜ਼ ਤੇ ਚੱਲਦੇ ਹਾਂ ਆਪਾਂ ਜੀ। ਨੈਸ਼ਨਲ ਕਮਿਸ਼ਨ ਫਾਰ ਦੀ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ 11 ਅਪ੍ਰੈਲ ਤੋਂ 31 ਮਈ ਤੱਕ ਕਿਹੜਾ ਪਰਵ ਮਨਾ ਰਿਹਾ ਜੀ? ਤਾਂ ਆਪਸ਼ਨਾਂ ਨੇ ਜੀ ਪਰੀਕਸ਼ਾ ਪਰਵ 4.0, ਬਾਲ ਵਿਕਾਸ ਪਰਵ 2.0, ਮਿੱਤਰਤਾ ਪਰਵ 3.0 ਤੇ ਸਾਸ਼ਕਤਾ ਪਰਵ 4.0। ਤਾਂ ਇਹਦਾ ਸਹੀ ਆਨਸਰ ਹੈ ਜੀ ਪਰੀਕਸ਼ਾ ਪਰਵ 4.0। ਇਹ ਮਨਾਇਆ ਜਾ ਰਿਹਾ ਜੀ। ਜੇ ਆਪਾਂ ਇਹਦੀ ਥੋੜ੍ਹੀ ਜਿਹੀ ਗੱਲ ਕਰੀਏ, ਹੈ ਕੀ ਹੈ ਜੀ, ਇਹ ਇੱਕ ਤਰ੍ਹਾਂ ਦਾ ਇੱਕ ਪਲੇਟਫਾਰਮ ਦਿੱਤਾ ਗਿਆ ਜੀ ਜਿੱਥੇ ਸਟੂਡੈਂਟ, ਟੀਚਰ ਜਾਂ ਬੱਚਿਆਂ ਦੇ ਜਿਹੜੇ ਪੇਰੈਂਟਸ ਨੇ, ਮਾਤਾ ਪਿਤਾ ਨੇ, ਉਹ ਇੱਥੇ ਕੋਈ ਵੀ ਆਪਦਾ ਵਿਚਾਰ ਇਹਦੇ 'ਚ ਥਰੂ ਦੇ ਸਕਦੇ ਆ ਜੀ, ਕੋਈ ਸਲਾਹ ਦੇ ਸਕਦੇ ਹੈਗੇ। ਤੇ ਜਿਹੜੇ ਟੀਚਰਸ ਵਗੈਰਾ ਨੇ ਜਾਂ ਪੇਰੈਂਟਸ ਵੀ ਨੇ,
ਉਹ ਜਿਹੜੇ ਉੱਥੋਂ ਦੇ ਐਕਸਪਰਟ ਨੇ, ਮਾਹਿਰ ਨੇ, ਉਹਨਾਂ ਤੋਂ ਕੋਈ ਸੁਝਾਅ ਲੈ ਸਕਦੇ ਆ, ਟਿਪਸ ਵਗੈਰਾ ਲੈ ਸਕਦੇ ਜੀ। ਇਹਦੇ ਵਾਸਤੇ ਸ਼ੁਰੂ ਕੀਤਾ ਗਿਆ ਹੈਗਾ, ਤੇ ਸ਼ੁਰੂ ਕੀਤਾ ਗਿਆ ਹੈ ਜੀ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ। ਜਿਹੜੀ ਇਹ ਬਾਡੀ ਹੈ ਜੀ, ਇਹ ਸੰਵਿਧਾਨਿਕ ਬਾਡੀ ਹੈ ਇੱਕ, ਮਤਲਬ ਇਹਦਾ ਸਪੈਸ਼ਲ ਐਕਟ ਪਾਸ ਹੋਇਆ ਗਿਆ ਜੀ ਪਾਰਲੀਮੈਂਟ ਦੇ ਵਿੱਚ। ਉਹ ਪਾਸ ਹੋਇਆ ਸੀ ਜੀ 2005 ਦੇ ਵਿੱਚ। ਹੈੱਡਕੁਆਟਰ ਇਹਦਾ ਨਵੀਂ ਦਿੱਲੀ ਦੇ ਵਿੱਚ ਹੈ ਜੀ, ਤੇ ਇਹਦੀ ਸਥਾਪਨਾ ਹੋਈ ਸੀ ਜੀ 2007 ਦੇ ਵਿੱਚ। ਤੇ ਇਸ ਟਾਈਮ ਇਹਦੇ ਚੇਅਰਮੈਨ ਨੇ ਜੀ ਪ੍ਰਿਯੰਕਾ ਕਨੂੰਗੋ। ਠੀਕ ਹੈ ਜੀ, ਅਗਲੀ ਨਿਊਜ਼ ਤੇ ਚੱਲਦੇ ਹਾਂ ਆਪਾਂ। ਆ ਸਾਰਾ ਕੁਝ ਇੰਗਲਿਸ਼ ਦੇ ਵਿੱਚ ਦਿੱਤਾ ਹੋਇਆ, ਜਿਹੜਾ ਆਪਾਂ ਹੁਣੀ ਰੀਡ ਕੀਤਾ ਹੈਗਾ, ਇਹ ਇੰਗਲਿਸ਼ ਵਾਲੇ ਬੱਚਿਆਂ ਵਾਸਤੇ ਹੈਗੇ। ਉਹਨਾਂ ਦੀ ਐਡਵਾਈਸ ਸੀਗੀ ਕਿ ਸਾਨੂੰ ਇਹ ਇੰਗਲਿਸ਼ ਦੇ ਵਿੱਚ ਵੀ ਨਾਲ ਨਾਲ ਦਿੱਤਾ ਜਾਵੇ, ਦੋਨੇ ਲੈਂਗੁਏਜ ਦੇ ਵਿੱਚ ਮਟੀਰੀਅਲ ਰੱਖਿਆ ਗਿਆ ਜੀ ਤੁਹਾਡੇ ਬੈਟਰ ਅੰਡਰਸਟੈਂਡਿੰਗ ਦੇ ਲਈ। ਅਗਲਾ ਨਿਊਜ਼ ਹੈ ਜੀ, ਕਿਸ ਦੇਸ਼ ਨੇ ਅਪ੍ਰੈਲ 2022 ਗਲਾਸਗੋ ਵਿੱਚ ਆਯੋਜਿਤ ਮਹਿਲਾ ਡਬਲ ਅਤੇ ਮਿਕਸਡ ਡਬਲ ਸਕੁਐਸ਼ ਖਿਤਾਬ ਜਿੱਤੇ ਹਨ? ਤਾਂ ਆਪਸ਼ਨ ਨੇ ਜੀ ਰੂਸ, ਭਾਰਤ, ਅਮਰੀਕਾ, ਚੀਨ। ਤਾਂ ਐਤਕੀ ਇਹ ਆਪਣੇ ਦੇਸ਼ ਨੇ ਜਿੱਤਿਆ ਜੀ, ਇੰਡੀਆ ਨੇ ਦੋਨੇ ਟਾਈਟਲ ਜਿੱਤਿਆ ਜੀ, ਮਹਿਲਾ ਵਾਲਾ ਵੀ ਤੇ ਮਿਕਸ ਡਬਲ ਵਾਲਾ ਵੀ ਜੀ। ਤੇ ਜੇ ਆਪਾਂ ਥੋੜੀ ਜਿਹੀ ਇਸ ਨਿਊਜ਼ ਬਾਰੇ ਗੱਲ ਕਰੀਏ ਜੀ, ਜਿਹੜੇ ਇੰਡੀਅਨ ਪਲੇਅਰ ਨੇ ਜੀ, ਦੀਪਿਕਾ ਪੱਲੀਕਲ ਜੀ ਨੇ ਜਿਹੜਾ ਵਿਮਨ ਟਾਈਟਲ ਜਿੱਤਿਆ ਹੈਗਾ ਜੀ, ਉਹ ਜੋਸ਼ਨਾ ਚਿੰਨਪਾ ਦੇ ਨਾਲ ਜਿੱਤਿਆ ਜੀ। ਤੇ ਜਿਹੜਾ ਮਿਕਸ ਜਿੱਤਿਆ ਜੀ, ਉਹ ਸੌਰਵ ਗੋਸਾਲ ਦੇ ਨਾਲ ਮਿਲ ਕੇ ਜਿੱਤਿਆ ਹੈਗਾ ਜੀ। ਇਹ ਦੋਨੇ ਟਾਈਟਲ ਆਪਣੇ ਇੰਡੀਆ ਨੇ ਜਿੱਤਿਆ, ਇੱਕ ਵਿਮਨਸ ਦਾ ਹੈਗਾ ਜੀ, ਵਿਮਨਸ ਡਬਲ ਦਾ ਹੈਗਾ ਜੀ, ਇੱਕ ਮਿਕਸ ਡਬਲ ਦਾ ਹੈਗਾ, ਇੱਕ ਮੇਲ ਇੱਕ ਫੀਮੇਲ। ਉਹ ਭਾਰਤ ਦੇ ਪਹਿਲੇ ਵਿਸ਼ਵ ਡਬਲ ਮਿਕਸ ਜਿੱਤਣ ਵਾਲੇ ਚੈਂਪੀਅਨ ਬਣ ਗਏ। ਹਾਲ ਤਾਈਂ ਆਪਣੀ ਕਿਸੇ ਨੇ ਜਿੱਤਿਆ ਨਹੀਂ ਸੀ, ਜੇ ਪਹਿਲੇ ਬਣਿਆ। ਤੇ ਫਸਟ ਤੁਹਾਨੂੰ ਮੈਂ ਦੱਸਿਆ ਹੈਗਾ, ਜਿਹੜਾ ਵੀ ਫਸਟ ਹੁੰਦਾ ਜੀ ਉਹ ਆਲਵੇਜ਼ ਇੰਪੋਰਟੈਂਟ ਹੁੰਦਾ ਜੀ। ਇਹਨਾਂ ਦੇ ਨਾਮ ਤਿੰਨਾਂ ਦੇ ਯਾਦ ਰੱਖਿਓ ਜੀ। ਤੇ ਗਲਾਸਗੋ ਦੇ ਵਿੱਚ ਇਹ ਹੋਈਆਂ ਗਈਆਂ ਜੀ, ਇਹ ਵੀ ਯਾਦ ਰੱਖਿਓ। ਅਗਲਾ ਕੁਐਸਚਨ ਹੈ ਜੀ, DGC ਲੇਡੀਜ਼ ਓਪਨ ਮੈਚਿਓਰ ਗੋਲਡਨ ਚੈਂਪੀਅਨਸ਼ਿਪ 11ਵਾਂ ਐਡੀਸ਼ਨ ਕਿਸ ਨੇ ਜਿੱਤਿਆ ਹੈ? ਆਪਸ਼ਨ ਹੈ ਜੀ ਦੀਪਿਕਾ ਕੁਮਾਰੀ, ਲਵਿਓਨਾ ਜਾਰਡਨ, ਅਦਿਤੀ ਅਸ਼ੋਕ, ਰੀਆ ਜਾਰਡਨ। ਤਾਂ ਇਹ ਜਿੱਤਿਆ ਹੈਗਾ ਜੀ ਰੀਆ ਜਾਰਡਨ ਨੇ ਜੀ। ਇਹਨਾਂ ਨੇ ਆਪਦੀ ਵੱਡੀ ਭੈਣ ਨੂੰ ਹੀ ਹਰਾਇਆ ਜੀ, ਲਿਵਿਓਨਾ ਜਾਰਡਨ ਨੂੰ। ਤਾਂ ਇਹ 13 ਸਾਲ ਦੇ ਨੇ ਜੀ, ਤੇ ਇਹਨਾਂ ਨੇ ਇਹ ਜਿੱਤਿਆ ਹੈਗਾ। ਤੇ ਜਿਹੜੇ ਅਦਿਤੀ ਅਸ਼ੋਕ ਨੇ ਜੀ, ਇਹ ਵੀ ਇੱਕ ਬਹੁਤ ਫੇਮਸ ਗੋਲਫਰ ਨੇ ਜੀ ਆਪਣੇ ਦੇਸ਼ ਦੇ। ਤੇ ਜੇ ਆਪਾਂ ਗੱਲ ਕਰੀਏ ਇੱਕ ਦੋ ਗੋਲਫ ਕੱਪਾਂ ਦੀ, ਜਿਹੜੇ ਕਿ ਗੋਲਫ ਦੇ ਬਾਰੇ ਪੁੱਛੇ ਜਾਂਦੇ ਨੇ, ਕਈ ਵਾਰੀ ਕੁਐਸਚਨ ਆ ਜਾਂਦਾ ਪੇਪਰਾਂ ਦੇ ਵਿੱਚ ਕਿ ਕਿਹੜਾ ਕੱਪ ਕਿਹੜੀ ਗੇਮ ਦੇ ਨਾਲ ਐਸੋਸੀਏਟਡ ਆ। ਇਹ ਕੁਐਸਚਨ ਬਹੁਤ ਵਾਰੀ ਪੇਪਰਾਂ ਦੇ ਵਿੱਚ ਆਉਂਦੇ ਆ, ਜਿਹਦੇ 'ਚ ਜਿਹੜੇ ਫੇਮਸ ਹੈਗੇ ਜੀ ਉਹ ਹੈਗਾ ਰਾਈਡਰ ਕੱਪ। ਇਹਦੀ ਸ਼ੁਰੂਆਤ ਹੋਈ ਸੀ ਜੀ 1927 ਦੇ ਵਿੱਚ। ਤੇ ਜਿਹੜਾ ਹੈਗਾ ਵੋਲਕਰ ਕੱਪ, ਇਹਦੀ ਸ਼ੁਰੂਆਤ ਹੋਈ ਸੀ ਜੀ 1922 ਦੇ ਵਿੱਚ। ਇਹ ਦੋਨੇ ਗੋਲਫ ਦੇ ਕੱਪ ਆ ਜੀ। ਠੀਕ ਹੈ ਜੀ, ਪੇਪਰ ਦੇ ਵਿੱਚ ਕੁਐਸਚਨ ਆ ਜਾਂਦੇ ਨੇ ਕਿ ਕਿਹੜਾ ਕੱਪ ਕਿਹਦੇ ਨਾਲ ਐਸੋਸੀਏਟਡ ਹੈ। ਤਾਂ ਉਹਨਾਂ ਵਾਸਤੇ ਆਪਾਂ ਨਾਲ ਨਾਲ ਤਿਆਰੀ ਕਰਦੇ ਹਾਂ ਉੱਦਾਂ ਦੀ ਵੀ ਕੁਐਸਚਨਾਂ ਦੇ ਨਾਲ। ਕਿਹੜਾ ਦੇਸ਼ 2023 ਵਿੱਚ ਏਸ਼ੀਅਨ ਜੂਨੀਅਰ ਅੰਡਰ 20 ਪੁਰਸ਼ ਅਤੇ ਮਹਿਲਾ ਕੈਡਿਟ ਅੰਡਰ 17 ਲੜਕੇ ਲੜਕੀਆਂ ਦੀ ਤਲਵਾਰਬਾਜ਼ੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ? ਤਾਂ ਆਪਸ਼ਨਾਂ ਨੇ ਜੀ ਭਾਰਤ, ਚੀਨ, ਇੰਡੋਨੇਸ਼ੀਆ ਤੇ ਪਾਕਿਸਤਾਨ। ਤਾਂ ਸਹੀ ਆਨਸਰ ਹੈ ਜੀ ਭਾਰਤ ਕਰ ਰਿਹਾ ਜੀ ਦੇਸ਼। ਆਪਾਂ ਇਸ ਬਾਰੇ ਜੀ ਮੇਜ਼ਬਾਨੀ ਕਰ ਰਹੇ ਹਾਂ ਜੀ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਦੀ ਜੀ, ਜਿਹੜੀ ਕਿ ਤਲਵਾਰਬਾਜ਼ੀ ਦੀ ਚੈਂਪੀਅਨਸ਼ਿਪ ਹੈ। ਤੇ ਜੇ ਆਪਾਂ ਗੱਲ ਕਰੀਏ ਭਾਰਤ 'ਚ ਵੀ ਕਿੱਥੇ ਹੋਣਗੀਆਂ ਜੀ, ਤਾਂ ਇਹ ਚੈਂਪੀਅਨਸ਼ਿਪ ਜਿਹੜੀ ਹੋਊਗੀ ਇਹ ਗੁਜਰਾਤ ਦੇ ਅਹਿਮਦਾਬਾਦ ਦੇ ਵਿੱਚ ਹੋਊਗੀ ਜੀ। 20 ਤੋਂ 25 ਦੇਸ਼ ਇਹ 'ਚ ਪਾਰਟੀਸਪੇਟ ਕਰਨਗੇ ਜੀ। 1200 ਦੇ ਤਕਰੀਬਨ ਖਿਡਾਰੀ ਦੇ ਆਉਣ ਦੀ ਉਮੀਦ ਹੈ ਜੀ। ਅਗਲਾ ਕੁਐਸਚਨ ਹੈ ਜੀ, ਥਾਈਲੈਂਡ ਓਪਨ ਅੰਤਰਰਾਸ਼ਟਰੀ ਮੁੱਕੇਬਾਜ਼ੀ ਟੂਰਨਾਮੈਂਟ 2022 ਵਿੱਚ ਪੁਰਸ਼ਾਂ ਤੇ 48 ਕਿਲੋ ਵਰਗ ਵਿੱਚ ਕਿਸ ਨੇ ਸੋਨ ਤਗਮਾ ਜਿੱਤਿਆ ਹੈ? ਤਾਂ ਆਪਸ਼ਨਾਂ ਨੇ ਜੀ ਗੋਬਿੰਦ ਸਾਹਨੀ, ਅਨੰਤ ਪ੍ਰਹਲਾਦ ਚੋਪੜਾ, ਅਮਿਤ ਪੰਖਾਲ, ਸੁਮਿਤ ਕਾਂਡੂ। ਤਾਂ ਸਹੀ ਆਨਸਰ ਹੈ ਜੀ ਗੋਬਿੰਦ ਸਾਹਨੀ ਜੀ ਨੇ ਜਿੱਤਿਆ ਹੈਗਾ ਜੀ 48 ਕਿਲੋ ਕੈਟਾਗਰੀ ਦੇ ਵਿੱਚ ਗੋਲਡ ਜਿੱਤਿਆ ਹੈਗਾ ਜੀ। ਇੱਕ ਸੈਕਿੰਡ ਲੈਪਟਾਪ ਨੂੰ ਚਾਰਜ ਕਰਨਾ। ਸੌਰੀ ਜੀ, ਬੈਟਰੀ ਲੋ ਹੋ ਗਈ ਲੈਪਟਾਪ ਦੀ। ਤਾਂ ਇਹ 48 ਕਿਲੋ ਕੈਟਾਗਰੀ ਦੇ ਵਿੱਚ ਗੋਬਿੰਦ ਸਾਹਨੀ ਜੀ ਨੇ ਜਿੱਤਿਆ ਹੈਗਾ ਜੀ। ਤੇ ਥਾਈਲੈਂਡ ਓਪਨ ਅੰਤਰਰਾਸ਼ਟਰੀ ਮੁੱਕੇਬਾਜ਼ੀ ਦਾ ਮੁਕਾਬਲਾ ਸੀ ਜੀ। ਤੇ ਜੇ ਇਹਦੇ ਬਾਰੇ ਹੋਰ ਗੱਲ ਕਰੀਏ ਜੀ, ਤਾਂ ਇਹਦੇ 'ਚ ਭਾਰਤ ਨੇ ਟੋਟਲ 10 ਤਗਮੇ ਜਿੱਤੇ ਆ ਜੀ, ਜਿਹਦੇ 'ਚੋਂ 3 ਗੋਲਡ ਨੇ ਜੀ, 4 ਚਾਂਦੀ ਤੇ 3 ਕਾਂਸੀ ਦੇ ਨੇ।
ਤੇ 골ਡ ਵਾਲੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਜੀ। ਇਹਨਾਂ ਦੇ ਨਾਮ ਤੇ ਇਹਨਾਂ ਦੀ ਕੈਟਾਗਰੀ। ਗੋਬਿੰਦ ਸਾਹਨੀ ਜੀ ਨੇ ਜਿੱਤਿਆ ਜੀ 48 ਕਿਲੋ ਦੇ ਵਿੱਚ। ਅਨੰਤ ਪ੍ਰਹਲਾਦ ਚੋਪੜਾ ਜੀ ਨੇ ਜਿੱਤਿਆ 54 ਕਿਲੋ ਕੈਟਾਗਰੀ ਦੇ ਵਿੱਚ। ਤੇ ਸੁਮਿਤ ਕਾਂਡੂ ਜੀ ਨੇ ਜਿੱਤਿਆ ਹੈਗਾ ਜੀ 75 ਕਿਲੋ ਕੈਟਾਗਰੀ ਦੇ ਵਿੱਚ। ਤੇ ਜਿਹੜੇ ਅਮਿਤ ਪੰਗਾਲ ਜੀ ਤੇ ਆਸ਼ੀਸ਼ ਕੁਮਾਰ ਜੀ ਆ, ਇਹਨਾਂ ਨੇ ਜਿੱਤਿਆ ਜੀ ਚਾਂਦੀ ਦੇ ਜੀ। ਤੇ ਇਹ ਜਿੱਤਿਆ 52 ਕਿਲੋ ਤੇ 81 ਕਿਲੋ ਦੇ ਵਿੱਚ। 골ਡ ਵਾਲੇ ਜ਼ਿਆਦਾ ਇੰਪੋਰਟੈਂਟ ਨੇ ਜੀ, ਤੇ ਆ ਵੀ ਇੰਪੋਰਟੈਂਟ ਆ। ਇਹ 'ਚ ਟੋਟਲ 10 ਮੈਡਲ ਜਿੱਤੇ ਜੀ ਆਪਾਂ। ਅਗਲੀ ਨਿਊਜ਼ ਹੈ ਜੀ ਯੂਪੀਐਸਸੀ। ਯੂਪੀਐਸਸੀ ਦੇ ਚੇਅਰਮੈਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ? ਆਪਸ਼ਨਾਂ ਨੇ ਜੀ ਮਨੋਜ ਪਾਂਡੇ, ਐਸ.ਕੇ. ਸਿੰਘ, ਡਾਕਟਰ ਮਨੋਜ ਸੋਨੀ ਤੇ ਪ੍ਰਦੀਪ ਕੁਮਾਰ ਜੋਸ਼ੀ। ਤਾਂ ਇਹ ਜੀ ਡਾਕਟਰ ਮਨੋਜ ਸੋਨੀ ਜੀ ਨੂੰ ਬਣਾਇਆ ਗਿਆ ਜੀ ਨਵੇਂ ਯੂਪੀਐਸਸੀ ਦੇ ਚੇਅਰਮੈਨ। ਇਹਨਾਂ ਨੇ ਰਿਪਲੇਸ ਕਰਨਾ ਜੀ ਪ੍ਰਦੀਪ ਕੁਮਾਰ ਜੋਸ਼ੀ ਨੂੰ। ਠੀਕ ਹੈ ਜੀ। ਤੇ ਜੇ ਆਪਾਂ ਯੂਪੀਐਸਸੀ ਦੀ ਥੋੜ੍ਹੀ ਜਿਹੀ ਗੱਲ ਕਰੀਏ ਜੀ, ਤਾਂ ਜਿਹੜਾ ਯੂਪੀਐਸਸੀ ਦੇ ਚੇਅਰਮੈਨ ਆ ਜੀ, ਇਹਨਾਂ ਨੂੰ ਆਰਟੀਕਲ ਦੇ ਵਿੱਚ ਜੇ ਸੰਵਿਧਾਨ ਦੀ ਗੱਲ ਕਰੀਏ ਤਾਂ 315 ਤੋਂ ਲੈ ਕੇ 323 ਤੱਕ ਦੇ ਆਰਟੀਕਲ ਆ ਜਿਹੜੇ, ਉਹਨਾਂ 'ਚ ਦੱਸਿਆ ਗਿਆ ਗਾ ਜੀ ਸੰਵਿਧਾਨ ਦੇ ਯੂਪੀਐਸਸੀ ਦੇ ਬਾਰੇ। ਤੇ ਜਿਹੜਾ ਇਹਨਾਂ ਦੀ ਏਜ ਲਿਮਟ ਹੁੰਦੀ ਹੈ ਜੀ, ਉਹ ਟੈਨਿਓਰ ਹੁੰਦਾ ਗਾ 6 ਸਾਲ ਤੋਂ ਲੈ ਕੇ, ਜਾਂ ਤਾਂ 6 ਸਾਲ ਹੋਣਗੇ ਪੂਰੇ ਉਹਨਾਂ ਦੇ, ਜਾਂ ਏਜ ਹੋ ਜੂਗੀ ਜੀ 65 ਈਅਰ। ਠੀਕ ਹੈ ਜੀ। ਇਹ ਦੋ ਪੁਆਇੰਟ ਆ, ਕਈ ਵਾਰੀ ਕੁਐਸਚਨ ਇੱਦਾਂ ਦਾ ਪੁੱਛ ਲੈਂਦੇ ਕਿ ਏਜ ਕਿੰਨੀ ਤੇ ਰਿਟਾਇਰਮੈਂਟ ਹੁੰਦੀ ਹੈ ਜੀ ਇਹਨਾਂ ਦੀ। ਤੇ ਜੇ ਆਪਾਂ ਗੱਲ ਕਰੀਏ ਥੋੜ੍ਹੀਆਂ ਜਿਹੀਆਂ ਇੰਪੋਇੰਟਮੈਂਟਾਂ ਦੀ ਰਿਵਾਈਜ਼ਨ ਕਰ ਲੈਂਦੇ ਆਪਾਂ। ਚੇਅਰਮੈਨ ਬਣਿਆ ਜੀ ਪੇਮੈਂਟ ਕਾਊਂਸਲ ਆਫ ਇੰਡੀਆ ਦੇ ਵਿਸ਼ਵਾਸ ਪਟੇਲ ਜੀ। ਮੈਨੇਜਿੰਗ ਡਾਇਰੈਕਟਰ ਬਣਿਆ ਜੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਵਿਕਾਸ ਕੁਮਾਰ ਜੀ। ਫਾਰਮਾ ਈਜ਼ੀ ਬ੍ਰਾਂਡ ਦੇ ਨਵੇਂ ਬ੍ਰਾਂਡ ਐਂਬੈਸਡਰ ਬਣਾਇਆ ਗਿਆ ਗਾ ਅਮੀਰ ਖਾਨ ਨੂੰ। ਮੈਨੇਜਿੰਗ ਡਾਇਰੈਕਟਰ ਐਂਡ ਐਗਜ਼ੀਕਿਊਟਿਵ ਆਫਿਸਰ ਬਣਾਇਆ ਗਿਆ ਜੀ ਟਾਟਾ ਕੰਸਲਟੈਂਸੀ ਦੇ ਰਜੇਸ਼ ਗੋਪੀਅਨ ਜੀ ਨੂੰ। ਇਹ ਰਿਵੀਜ਼ਨ ਵਾਸਤੇ ਤੁਹਾਡੇ ਥੋੜ੍ਹਾ ਇਹਦੇ ਨਾਲ ਆਪਣੀ ਜੋ ਪਿੱਛੇ ਕਰ ਚੁੱਕੇ ਜੀ ਉਹ ਵਾਪਸ ਯਾਦ ਕਰ ਲੈਂਦੇ ਆਪਾਂ। ਤੇ ਅੱਗੇ ਆ ਗਿਆ ਜੀ ਫਾਰਮੂਲਾ 1 ਰੇਸਿੰਗ ਤੋਂ ਕੁਐਸਚਨ ਹੈ, ਆਸਟ੍ਰੇਲੀਅਨ ਗ੍ਰੈਂਡ ਪ੍ਰਿਕਸ 2022 ਕਿਸ ਨੇ ਜਿੱਤੀ ਹੈ? ਆਪਸ਼ਨ ਹੈ ਜੀ ਮੈਕਸ ਵਰਸਟੈਪਨ, ਲੂਇਸ ਹੈਮਿਲਟਨ, ਚਾਰਲਸ ਲੈਕਲਾਰਕ ਤੇ ਜਾਰਜ ਰਸਲ। ਤਾਂ ਇਹ ਜਿੱਤੀ ਹੈ ਜੀ ਆਪਣੇ ਚਾਰਲਸ ਲੈਕਲਾਰਕ ਜੀ ਨੇ ਇਹ ਜਿੱਤੀ ਹੈ ਜੀ ਫਾਰਮੂਲਾ 1 ਰੇਸਿੰਗ। ਤੇ ਥੋੜ੍ਹੀ ਜਿਹੀ ਆਪਾਂ ਇਹਨਾਂ ਬਾਰੇ ਜਾਣਕਾਰੀ ਲੈ ਲੈਂਦੇ ਜੀ ਹੋਰ। ਜਿਹੜੇ ਚਾਰਲਸ ਲੈਕਲਾਰਕ ਜੀ ਆ, ਇਹ ਫਰਾਰੀ ਦੀ ਗੱਡੀ ਚਲਾਉਂਦੇ ਨੇ ਜੀ, ਡਰਾਈਵਰ ਨੇ ਜੀ ਫਰਾਰੀ ਦੇ। ਤੇ ਕੰਟਰੀ ਹੈ ਜੀ ਇਹਨਾਂ ਦੀ ਮੋਨਾਕੋ। ਜਿਹੜੇ ਮੈਕਸ ਵਰਸਟੈਪਨ ਹੈ ਜੀ, ਇਹਨਾਂ ਨੇ ਕੁਝ ਦਿਨ ਪਹਿਲਾਂ ਆਪਾਂ ਨਿਊਜ਼ ਦੇ ਵਿੱਚ ਪੜ੍ਹਿਆ ਸੀ ਜੀ ਕਰੰਟ ਅਫੇਅਰ 'ਚ, ਸਾਊਦੀ ਅਰਬ ਦੀ ਜਿਹੜੀ ਹੋਈ ਸੀ ਗ੍ਰੈਂਡ ਪ੍ਰਿਕਸ, ਉਹ ਇਹਨਾਂ ਨੇ ਜਿੱਤੀ ਸੀ ਜੀ। ਇਹ ਰੈੱਡ ਬੁੱਲ ਦੇ ਡਰਾਈਵਰ ਨੇ ਤੇ ਬੈਲਜੀਅਮ ਦੇ ਰਹਿਣ ਵਾਲੇ ਨੇ ਜੀ। ਤੇ ਲੂਇਸ ਹੈਮਿਲਟਨ ਜੀ ਮਰਸੀਡੀਜ਼ ਦੀ ਗੱਡੀ ਚਲਾਉਂਦੇ ਆ ਤੇ ਇੰਗਲੈਂਡ ਦੇ ਹੈ ਜੀ ਇਹ। ਤੇ ਇਹਨਾਂ ਨੇ ਜੀ ਜਿਹੜੀ ਆਪਣੇ ਚਾਰਲਸ ਲੈਕਲਾਰਕ ਜੀ ਆ, ਇਹਨਾਂ ਨੇ ਕੁਝ ਦਿਨ ਪਹਿਲਾਂ ਉਸ ਤੋਂ ਵੀ ਜਾਣੀ ਕਿ ਸਾਊਦੀ ਅਰਬ ਤੋਂ ਪਹਿਲਾਂ ਜਿਹੜੀ ਗ੍ਰੈਂਡ ਪ੍ਰਿਕਸ ਹੋਈ ਸੀ ਬਹਿਰੀਨ ਦੇ ਵਿੱਚ, ਉਹ ਵੀ ਇਹਨਾਂ ਨੇ ਜਿੱਤੀ ਸੀ। ਇਸ ਸਾਲ ਇਹ ਹਾਲ ਤਾਈਂ 2 ਜਿੱਤ ਚੁੱਕੇ ਆ ਜੀ, ਤੇ ਇਹਨਾਂ ਨੇ ਹਲੇ 1 ਜਿੱਤੀ ਹੈ ਜੀ। ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਦੁਆਰਾ ਅਪ੍ਰੈਲ 2022 ਵਿੱਚ ਵਿਦੇਸ਼ੀ ਵਿਦਵਾਨਾਂ ਦੀ ਸਹੂਲਤ ਲਈ ਸ਼ੁਰੂ ਕੀਤੇ ਗਏ ਵੈਬ ਪੋਰਟਲ ਦਾ ਨਾਮ ਦੱਸੋ। ਆਪਸ਼ਨਾਂ ਨੇ ਜੀ ਇੰਡੀਅਨ ਅਲੂਮਨੀ ਪੋਰਟਲ, ਟੈਂਪਲ 360, ਪ੍ਰਕਿਰਤੀ ਤੇ ਉਦਮ ਕ੍ਰਾਂਤੀ ਯੋਜਨਾ। ਤੇ ਇਹਦਾ ਸਹੀ ਆਨਸਰ ਹੈ ਜੀ ਇੰਡੀਅਨ ਅਲੂਮਨੀ ਪੋਰਟਲ। ਇਹ ਪੋਰਟਲ ਦਾ ਕੰਮ ਹੈਗਾ ਜੀ ਜਿਹੜੇ ਬਾਹਰੋਂ ਸਟੂਡੈਂਟ ਆ ਕੇ ਇੰਡੀਆ ਦੇ ਵਿੱਚ ਪੜ੍ਹਦੇ ਆ ਜੀ, ਉਹਨਾਂ ਨਾਲ ਕੰਟੈਕਟ ਬਣਾ ਕੇ ਰੱਖਣਾ ਜੀ। ਉਹਨਾਂ ਦੇ ਵਾਸਤੇ ਇਹ ਪੋਰਟਲ ਸ਼ੁਰੂ ਕੀਤਾ ਗਿਆ ਗਾ ਮੀਨਾਕਸ਼ੀ ਲੇਖੀ ਜੀ ਦੁਆਰਾ। ਤੇ ਜੇ ਆਪਾਂ ਟੈਂਪਲ 360 ਦੀ ਗੱਲ ਕਰੀਏ ਜੀ, ਇਹ ਵੀ ਮੀਨਾਕਸ਼ੀ ਲੇਖੀ ਜੀ ਦੁਆਰਾ ਹੀ ਲਾਂਚ ਕੀਤਾ ਗਿਆ ਸੀ। ਇਹਦੇ 'ਚ ਕੀ ਹੈ ਜੀ ਵੀ ਆਪਾਂ ਇੰਡੀਆ ਦੇ ਕਿਸੇ ਵੀ ਮੰਦਿਰ ਨੂੰ ਔਨਲਾਈਨ ਦਰਸ਼ਨ ਕਰ ਸਕਦੇ ਹਾਂ ਜੀ ਉਹਨਾਂ ਦੇ ਇਸ ਪੋਰਟਲ ਦੇ ਥਰੂ, ਵੈਬਸਾਈਟ ਦੇ ਥਰੂ। ਤੇ ਜਿਹੜਾ ਪ੍ਰਕਿਰਤੀ ਹੈ ਜੀ ਮੈਸਕਟ ਲਾਂਚ ਕੀਤਾ ਗਿਆ ਸੀ ਜੀ। ਇਹਦਾ ਜਿਹੜਾ ਮੋਟਿਵ ਹੈਗਾ ਜੀ ਉਹ ਹੈਗਾ ਜੀ ਹਰਿਆਲੀ ਦੇ ਲਈ, ਸਿੰਗਲ ਯੂਜ਼ ਪਲਾਸਟਿਕ ਨੂੰ ਬੈਨ ਕਰਾਉਣ ਦੇ ਲਈ। ਤਾਂ ਇਹ ਕੀਤਾ ਸੀ ਭੁਪਿੰਦਰ ਯਾਦਵ ਜੀ ਨੇ। ਤੇ ਜਿਹੜਾ ਉਦਮ ਕ੍ਰਾਂਤੀ ਯੋਜਨਾ ਜੀ, ਇਹ ਮੱਧ ਪ੍ਰਦੇਸ਼ ਦੇ ਵਿੱਚ ਕੀਤੀ ਸੀ ਜੀ, ਉਹਨਾਂ ਦੇ ਸੀਐਮ ਸ਼ਿਵਰਾਜ ਚੌਹਾਨ ਜੀ ਦੁਆਰਾ ਸ਼ੁਰੂ ਕੀਤੀ ਗਈ ਹੈ ਜੀ। ਇਹਦੇ 'ਚ 1 ਲੱਖ ਤੋਂ ਲੈ ਕੇ 50 ਲੱਖ ਤੱਕ ਦੇ ਲੋਨ ਦੀ ਪ੍ਰੋਵੀਜ਼ਨ ਸੀਗੀ ਜੀ ਆਪ ਦਾ ਕੰਮ ਚਲਾਉਣ ਦੇ ਲਈ। ਜਿਹੜਾ ਇਹ ਪੋਰਟਲ ਹੈ ਲਾਂਚ ਕੀਤਾ ਗਿਆ ਗਾ ਜੀ ਇੰਡੀਅਨ ਕਾਊਂਸਲ ਫਾਰ ਕਲਚਰ ਰਿਲੇਸ਼ਨ ਵੱਲੋਂ। ਇਹ ਵੀ ਥੋੜ੍ਹਾ ਯਾਦ ਰੱਖਿਓ। ਅਗਲਾ ਕੁਐਸਚਨ ਤੇ ਚੱਲਦੇ ਹਾਂ। ਆ ਕੁਛ ਤੁਹਾਡੇ ਵਾਸਤੇ ਸਟਾਰਟਅਪਸ ਜਿਹੜੇ ਇਨੀਸ਼ੀਏਟਿਵ ਹੁਣ ਜੇ ਰੀਸੈਂਟਲੀ ਆਪਾਂ ਨਿਊਜ਼ ਦੇ ਵਿੱਚ ਕੀਤੇ ਆ, ਉਹਨਾਂ ਦੀ ਰਿਵੀਜ਼ਨ ਹੈ ਜੀ।
ਸਟਾਰਟਅਪ ਫਾਊਂਡਰ ਹੱਬ ਇਨ ਇੰਡੀਆ ਸ਼ੁਰੂ ਕੀਤਾ ਜੀ ਮਾਈਕਰੋਸਾਫਟ ਵੱਲੋਂ। ਮੁੱਖ ਮੰਤਰੀ ਬਾਗਬਾਨੀ ਬੀਮਾ ਯੋਜਨਾ ਸ਼ੁਰੂ ਕੀਤਾ ਗਿਆ ਜੀ ਹਰਿਆਣਾ ਵੱਲੋਂ। ਛੇ ਆਟੋ ਸਟੈਂਡ ਪ੍ਰੋਵਾਈਡ ਕਰਵਾਏ ਜਾ ਰਹੇ ਜੀ ਵਿਮਨ ਸੇਫਟੀ ਦੇ ਲਈ ਮੱਧ ਪ੍ਰਦੇਸ਼ ਦੇ ਵੱਲੋਂ, ਜਿਹੜੀ ਮੱਧ ਪ੍ਰਦੇਸ਼ ਦੇ ਤ੍ਰਿਪੁਰਾ ਦੇ ਵਿੱਚ ਇਹ ਸ਼ੁਰੂ ਕੀਤਾ ਗਿਆ ਜੀ। 3 ਸਟੈਂਡ ਬਣਾਏ ਗਏ ਸੀ ਜੀ ਉੱਥੇ ਆਟੋ ਸਟੈਂਡ, ਤੇ ਜਿਹੜੇ ਉੱਥੇ ਆਟੋ ਨੇ ਜੀ ਇਹਨਾਂ ਸਟੈਂਡ ਦੇ ਲਈ ਉਹਨਾਂ ਦੇ ਡਰਾਈਵਰ ਵੀ ਫੀਮੇਲ ਨੇ, ਯਾਨੀ ਕਿ ਲੇਡੀਜ਼ ਹੀ ਨੇ ਜੀ। ਤੇ ਵਿਨਾਇਆ ਸਮਰਸਿਆ ਇਨੀਸ਼ੀਏਟਿਵ ਇਹ ਕਰਨਾਟਕਾ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਜੀ। ਜਦੋਂ ਆਪਾਂ ਕਰੰਟ ਅਫੇਅਰ ਕੀਤੇ ਸੀ ਇਹਦੀ ਮੈਂ ਤੁਹਾਨੂੰ ਸਟੋਰੀ ਦੱਸੀ ਸੀ ਕਿ ਕਿਉਂ ਸ਼ੁਰੂ ਕੀਤਾ ਗਿਆ। ਇਹ ਲੜਕੇ ਦੇ ਨਾਮ ਤੇ ਹੀ ਰੱਖਿਆ ਗਿਆ ਉਸਦੇ ਜੀ, ਵਿਨਾਏ ਦੇ। ਇਹਦੇ 'ਚ ਜਾਤ ਪਾਤ ਨੂੰ ਲੈ ਕੇ ਜਿਹੜਾ ਪਿੰਡਾਂ ਦੇ ਵਿੱਚ ਕਈ ਵਾਰੀ ਹੋ ਜਾਂਦਾ ਕੋਈ ਗੱਲਬਾਤ ਜੀ, ਉਹਨੂੰ ਉਹਦੀ ਅਵੇਅਰਨੈਸ ਵਾਸਤੇ ਇਹ ਇਨੀਸ਼ੀਏਟਿਵ ਸ਼ੁਰੂ ਕੀਤਾ ਗਿਆ ਜੀ ਕਰਨਾਟਕ ਗਵਰਨਮੈਂਟ ਵੱਲੋਂ। ਅੱਗੇ ਆ ਗਿਆ ਜੀ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਕਿਹੜਾ ਪੋਰਟਲ ਵਿਕਸਿਤ ਕਰਨ ਲਈ ਮਾਰਟ ਬਾਈ ਅਤੇ ਇਸਰੋ ਨਾਲ ਸਮਝੌਤਾ ਕੀਤਾ ਹੈ। ਆਪਸ਼ਨ ਨੇ ਜੀ ਡਿਜੀਟਲ ਆਧਾਰ, ਆਪਣਾ ਆਧਾਰ, ਭਵਨ ਆਧਾਰ, ਆਪਣਾ ਆਧਾਰ ਲੱਭੋ। ਤਾਂ ਇਹ ਹੈ ਜੀ ਭਵਨ ਆਧਾਰ। ਇਹ ਜੁਆਇੰਟਲੀ ਇਹਨਾਂ ਤੋਂ ਨਾਲ ਕੀਤਾ ਜੀ ਮਿਲ ਕੇ UDI ਨੇ, ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ, ਜਿਹੜੇ ਆਪਣੇ ਆਧਾਰ ਕਾਰਡ ਦਾ ਸਾਰਾ ਲਈ ਬਣੀ ਹੋਈ ਹੈ ਜੀ ਸਪੈਸ਼ਲ ਬਾਡੀ। ਤੇ ਇਹਦੇ 'ਚ ਜਿਹੜਾ ਹੈਗਾ ਨਾ ਜੀ ਭਵਨ ਆਧਾਰ, ਇਹਦੇ 'ਚ ਇਹ ਪੋਰਟਲ ਆ ਜਿਹੜਾ, ਉਹਦੇ 'ਤੇ ਜਿੰਨੇ ਵੀ ਆਪਣੇ ਆਧਾਰ ਸੈਂਟਰ ਹੈਗੇ ਨੇ ਜੀ, ਚਾਹੇ ਉਹ ਕਿਤੇ ਵੀ ਲੋਕੇਟ ਆ, ਉਹਨਾਂ ਸਾਰਿਆਂ ਦੀ ਲੋਕੇਸ਼ਨ ਹੈ ਇਹਦੇ ਵਿੱਚ, ਤਾਂ ਕਿ ਜਿਸ ਨੂੰ ਵੀ ਲੋੜ ਹੈ ਉਹ ਇਹਦੇ 'ਤੇ ਚੈੱਕ ਕਰ ਸਕੇ ਕਿ ਮੇਰੇ ਜਿਹੜਾ ਆਧਾਰ ਕਾਰਡ ਸੈਂਟਰ ਨੇੜੇ ਕਿੱਥੇ ਹੈਗਾ ਜੀ। ਤਾਂ ਉਹਦੇ ਵਾਸਤੇ ਇਹ ਬਣਾਈ ਗਈ ਜੀ ਭਵਨ ਆਧਾਰ ਪੋਰਟਲ। ਅਗਲਾ ਕੁਐਸਚਨ ਹੈ ਜੀ ਪਾਕਿਸਤਾਨ ਤੋਂ। ਇਹ ਵੀ ਪਾਕਿਸਤਾਨ ਨੇ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀ ਮੱਧ ਦੂਰੀ ਦੀ ਕਿਸ ਬੈਲਿਸਟਿਕ ਮਿਸਾਈਲ ਸਫਲ ਉਡਾਨ ਪ੍ਰੀਖਣ ਕੀਤਾ ਹੈ। ਤਾਂ ਆਪਸ਼ਨਾਂ ਨੇ ਜੀ ਪ੍ਰਹਾਰ, ਸ਼ੌਰਿਆ, ਸ਼ਾਹੀਨ 3 ਤੇ ਅਗਨੀ 5। ਤਾਂ ਇਹਦਾ ਸਹੀ ਆਨਸਰ ਹੈ ਜੀ ਸ਼ਾਹੀਨ 3 ਦਾ ਇਹਨਾਂ ਨੇ ਹੁਣ ਐਕਸਪੈਰੀਮੈਂਟ ਕੀਤਾ ਜੀ ਸਕਸੈਸਫੁਲੀ। ਤੇ ਜੇ ਆਪਾਂ ਇਹਦੀ ਰੇਂਜ ਦੀ ਗੱਲ ਕਰੀਏ ਜੀ ਤਾਂ 2700 ਕਿਲੋਮੀਟਰ ਦੀ ਹੈ ਜੀ ਇਹਦੀ ਰੇਂਜ ਇਸ ਮਿਸਾਈਲ ਦੀ। ਅੱਗੇ ਆ ਗਿਆ ਜੀ ਕੁਐਸਚਨ 11 ਅਪ੍ਰੈਲ ਨੂੰ ਕਿਸ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਕਿਹਦੀ ਬਰਥ ਐਨਵਰਸਰੀ ਮਨਾਉਂਦੇ ਜੀ ਆਪਾਂ 11 ਅਪ੍ਰੈਲ ਨੂੰ। ਇੱਕ ਆਪਸ਼ਨ ਨੇ ਜੀ ਲਾਲਾ ਲਾਜਪਤ ਰਾਏ, ਲਾਲ ਬਹਾਦਰ ਸ਼ਾਸਤਰੀ, ਦਇਆਨੰਦ ਸਰਸਵਤੀ ਤੇ ਜੋਤੀਬਾ ਫੂਲੇ। ਤਾਂ ਇਹ ਮਨਾਈ ਜਾਂਦੀ ਹੈ ਜੀ ਜੋਤੀਬਾ ਫੂਲੇ ਦੀ ਮਨਾਈ ਜਾਂਦੀ ਹੈ ਜੀ 11 ਅਪ੍ਰੈਲ ਨੂੰ। ਠੀਕ ਹੈ ਜੀ। ਜੇ ਆਪਾਂ ਇਹਨਾਂ ਦੀ ਗੱਲ ਕਰੀਏ ਜੀ ਇਹਨਾਂ ਬਾਰੇ, ਇਹ ਮਹਾਰਾਸ਼ਟਰ ਦੀ ਸਾਈਡ ਦੇ ਇੱਕ ਸੋਸ਼ਲ ਵਰਕਰ ਸੀ ਜੀ। ਇਹਨਾਂ ਨੇ ਜਾਤ ਪਾਤ ਨੂੰ ਤੇ ਛੂਤ ਛਾਤ ਨੂੰ ਲੈ ਕੇ ਬਹੁਤ ਵਧੀਆ ਕੰਮ ਕੀਤੇ ਨੇ, ਤੇ ਇਹਨਾਂ ਨੇ ਵਿਮਨ ਅਪਲਿਫਟਮੈਂਟ ਲਈ ਵੀ ਕੰਮ ਕੀਤਾ ਜੀ। ਤੇ ਸਭ ਤੋਂ ਪਹਿਲਾਂ 1948 ਦੇ ਵਿੱਚ ਇਹਨਾਂ ਦੁਆਰਾ ਪੂਨੇ 'ਚ ਲੜਕੀਆਂ ਵਾਸਤੇ ਸ਼ੁਰੂ ਕੀਤਾ ਗਿਆ ਸੀ ਜੀ ਸਕੂਲ। ਅਗਲੇ ਕੁਐਸਚਨ ਤੇ ਚੱਲਦੇ ਹਾਂ ਜੀ। ਹੇਠਾਂ ਦਿੱਤੇ ਰੇਲਵਿਆਂ ਵਿੱਚੋਂ ਕਿਸ ਨੇ ਇੱਕ ਸਟੇਸ਼ਨ ਇੱਕ ਉਤਪਾਦ ਪਹਿਲ ਸ਼ੁਰੂ ਕੀਤੀ ਹੈ। ਵਨ ਸਟੇਸ਼ਨ ਵਨ ਪ੍ਰੋਡਕਟ ਇਨੀਸ਼ੀਏਟਿਵ ਸ਼ੁਰੂ ਕੀਤਾ ਜੀ। ਦੱਸਣਾ ਵੀ ਕਿਹੜੇ ਰੇਲਵੇ ਨੇ ਕੀਤਾ ਜੀ। ਤਾਂ ਆਪਸ਼ਨ ਨੇ ਜੀ ਦੱਖਣੀ ਪੱਛਮੀ ਰੇਲਵੇ, ਦੱਖਣ ਕੇਂਦਰੀ ਰੇਲਵੇ, ਪੱਛਮੀ ਰੇਲਵੇ ਤੇ ਪੂਰਬੀ ਤੱਟ ਰੇਲਵੇ। ਤਾਂ ਇਹ ਕੀਤਾ ਜੀ ਸਾਊਥ ਸੈਂਟਰਲ ਰੇਲਵੇ ਨੇ ਸ਼ੁਰੂ ਕੀਤਾ ਗਾ ਜੀ। ਜਿਹੜਾ ਇਹ ਹੈ ਨਾ ਜੀ ਇਨੀਸ਼ੀਏਟਿਵ, ਇਹ 6 ਸਟੇਸ਼ਨਾਂ ਤੇ ਸ਼ੁਰੂ ਕੀਤਾ ਗਿਆ ਜੀ। ਸਿਕੰਦਰਾਬਾਦ, ਕੁਚੇਗੁੜਾ, ਵਿਜੇਵਾੜਾ, ਗੰਟੂਰ, ਔਰੰਗਾਬਾਦ, ਇਹਨਾਂ ਤੇ ਸ਼ੁਰੂ ਕੀਤਾ ਗਿਆ ਜੀ। ਇਹਦੇ ਸ਼ੁਰੂ ਕਰਨ ਦਾ ਜਿਹੜਾ ਮੇਨ ਹੈਗਾ ਜੀ ਮੋਟਿਵ ਆ, ਉਹ ਜਿਹੜੇ ਲੋਕਲ ਪ੍ਰੋਡਕਟਸ ਆ ਜੀ, ਲੋਕਲ ਆਪਣੇ ਉਤਪਾਦ ਆ ਸਥਾਨਿਕ, ਉਹਨਾਂ ਨੂੰ ਉਤਸ਼ਾਹਿਤ ਕਰਨਾ ਗਾ। ਉਹਨਾਂ ਨੂੰ ਜਿਵੇਂ ਆਪਾਂ ਕਹਿ ਦਈਏ ਜੀ ਪ੍ਰਮੋਟ ਕਰਨਗੇ ਉਹਨਾਂ ਨੂੰ, ਤੇ ਨਾਲੇ ਉਹਨਾਂ ਨੂੰ ਆਪਦੇ ਸਟੇਸ਼ਨਾਂ ਦੇ ਉੱਤੇ ਉਹਨਾਂ ਦੇ ਵਿਕਰੀ ਵਾਸਤੇ ਪ੍ਰਚਾਰ ਕਰਨਾ ਗਾ ਜੀ। ਉਹਨਾਂ ਦੇ ਰੇਲਵੇ ਦੇ ਜਿਹੜੇ ਸਟੇਸ਼ਨ ਹੋਣਗੇ, ਉਹਨਾਂ ਦੇ ਉੱਤੇ ਜਿਹੜੇ ਲੋਕਲ ਪ੍ਰੋਡਕਟ ਆ ਉਹਨਾਂ ਦੀ ਸੇਲਸ ਨੂੰ ਇਨਕਰੀਜ਼ ਕਰਨਗੇ ਜੀ, ਉਹਨਾਂ ਦੀ ਪ੍ਰਮੋਸ਼ਨ ਵੀ ਕਰਨਗੇ ਨਾਲ ਨਾਲ। ਇਹ ਇਨੀਸ਼ੀਏਟਿਵ ਸ਼ੁਰੂ ਕੀਤਾ ਗਿਆ ਗਾ ਜੀ 6 ਸਟੇਸ਼ਨਾਂ ਦੇ ਵਿੱਚ ਹੋਇਆ ਗਾ। ਕਈ ਵਾਰੀ ਇਹ ਵੀ ਕੁਐਸਚਨ ਪੁੱਛ ਸਕਦੇ ਹੈਗੇ ਕਿ ਕਿੰਨੇ ਸਟੇਸ਼ਨ ਇਹਦੇ ਅੰਡਰ ਕਵਰ ਕੀਤੇ ਗਏ ਜੀ। ਅਗਲੇ ਕੁਐਸਚਨ ਤੇ ਚੱਲਦੇ ਹਾਂ। ਕਿਹੜੇ ਰਾਜ ਨੇ ਛੋਟੇ ਰਾਜਾਂ ਵਿੱਚੋਂ ਨੀਤੀ ਆਯੋਗ ਦੇ ਰਾਜ ਊਰਜਾ ਅਤੇ ਜਲਵਾਯੂ ਸੂਚਕਾਂਕ ਰਾਊਂਡ 1 ਵਿੱਚ ਸਭ ਤੋਂ ਉੱਪਰ ਹੈ। ਨੀਤੀ ਆਯੋਗ's ਸਟੇਟ ਐਨਰਜੀ ਐਂਡ ਕਲਾਈਮੇਟ ਇੰਡੈਕਸ ਰਾਊਂਡ 1 ਕਿਹੜੇ ਨੇ ਟੌਪ ਕੀਤਾ ਜੀ? ਛੋਟੇ ਰਾਜਾਂ 'ਚ। ਇਹ ਅਲੱਗ-ਅਲੱਗ ਲਿਸਟਾਂ ਬਣੀਆਂ ਜੀ।
ਛੋਟੇ ਰਾਜਾਂ ਵਾਲੇ ਅਲੱਗ ਆ, ਵੱਡੇ ਰਾਜਾਂ ਵਾਲੇ ਅਲੱਗ ਆ। ਤੇ ਇਹ 'ਚ ਆਪਣੇ ਤੋਂ ਪੁੱਛ ਰਿਹਾ ਕਿ ਛੋਟੇ ਰਾਜਾਂ 'ਚ ਕਿਹਨੇ ਟੌਪ ਕੀਤਾ। ਤਾਂ ਆਪਸ਼ਨਾਂ ਨੇ ਗੁਜਰਾਤ, ਗੋਆ, ਉੱਤਰ ਪ੍ਰਦੇਸ਼ ਤੇ ਪੰਜਾਬ। ਤੇ ਇਹਦੇ 'ਚ ਟੌਪ ਕੀਤਾ ਗਾ ਜੀ ਗੋਆ ਨੇ ਟੌਪ ਕੀਤਾ ਜੀ ਛੋਟੇ ਰਾਜਾਂ ਦੇ ਵਿੱਚੋਂ। ਤੇ ਜੇ ਆਪਾਂ ਥੋੜਾ ਜਿਹਾ ਹੋਰ ਦੇਖੀਏ ਇਸ ਨਿਊਜ਼ ਬਾਰੇ, ਛੋਟੇ ਰਾਜਾਂ 'ਚ ਟੌਪ ਤਾਂ ਕੀਤਾ ਗੋਆ ਨੇ ਜੀ, ਦੂਜੇ ਨੰਬਰ ਤੇ ਰਿਹਾ ਤ੍ਰਿਪੁਰਾ ਤੇ ਫੇਰ ਆ ਜੀ ਮਣੀਪੁਰ। ਠੀਕ ਹੈ ਜੀ, ਆ ਵੀ ਇੰਪੋਰਟੈਂਟ ਆ ਜੀ। ਵੱਡੇ ਰਾਜਾਂ 'ਚੋਂ ਕਿਹਨੇ ਟੌਪ ਕੀਤਾ ਗਾ? ਵੱਡੇ ਰਾਜਾਂ 'ਚੋਂ ਟੌਪ ਕੀਤਾ ਜੀ ਗੁਜਰਾਤ ਨੇ, ਦੂਜੇ ਨੰਬਰ ਤੇ ਰਿਹਾ ਕੇਰਲ ਤੇ ਤੀਜੇ ਤੇ ਆਪਣਾ ਪੰਜਾਬ ਆ। ਇਸ ਕਰਕੇ ਵੀ ਯਾਦ ਰੱਖਣਾ ਇੰਪੋਰਟੈਂਟ ਹੈ ਕਿਉਂਕਿ ਪੰਜਾਬ ਦਾ ਵੀ ਨਾਂ ਹੈ ਜੀ। ਕਈ ਵਾਰ ਪੁੱਛ ਲੈਂਦੇ ਕਿ ਪੰਜਾਬ ਨੇ ਕਿਹੜਾ ਪੋਜੀਸ਼ਨ ਹਾਸਲ ਕੀਤੀ, ਤਾਂ ਥਰਡ ਆ ਜੀ, ਕਿਉਂਕਿ ਪੰਜਾਬ ਦੇ ਪੇਪਰਾਂ 'ਚ ਪੰਜਾਬ ਦੇ ਬਾਰੇ ਪੁੱਛੇ ਜਾਣ ਦੇ ਥੋੜੇ ਜਿਹੇ ਚਾਂਸ ਜ਼ਿਆਦਾ ਹੁੰਦੇ ਆ। ਇਹਨਾਂ ਨੇ 6 ਪੈਰਾਮੀਟਰ ਰੱਖੇ ਸੀ ਜੀ ਰੈਂਕਿੰਗ ਨੂੰ ਦੇਣ ਦੇ ਲਈ। ਠੀਕ ਹੈ ਜੀ, ਅਗਲੇ ਕੁਐਸਚਨ ਤੇ ਚੱਲਦੇ ਹਾਂ ਆਪਾਂ। ਤਾਂ ਅੱਜ ਦੇ ਕੁਐਸਚਨ ਜਿਹੜੇ ਆ ਜੀ ਇਹ ਸਾਰੇ ਸਮਾਪਤ ਹੋ ਗਏ। ਮੈਂ ਉਮੀਦ ਕਰਦਾ ਕਿ ਤੁਹਾਨੂੰ ਸਾਰੇ ਕੁਐਸਚਨ ਬਹੁਤ ਵਧੀਆ ਤਰੀਕੇ ਨਾਲ ਸਮਝ ਆਏ ਹੋਣਗੇ। ਤੇ ਜਿਹੜੀ ਇਸ ਕਲਾਸ ਦੀ PDF ਹੈ ਜੀ ਉਹ ਥੋੜੇ ਟਾਈਮ ਤੱਕ ਤੁਹਾਨੂੰ ਐਪ ਤੇ ਹੀ ਮਿਲ ਜੂਗੀ ਜੀ। ਐਪ ਦੇ ਵਿੱਚ ਜਾ ਕੇ ਤੁਸੀਂ ਸਟੱਡੀ ਮਟੀਰੀਅਲ ਦੇ ਵਿੱਚ ਜਦੋਂ ਜਾਓਗੇ ਤਾਂ ਉੱਥੇ ਤੁਹਾਨੂੰ ਅੱਜ ਦੀ ਕਲਾਸ ਦੀ ਵੀਡੀਓ ਮਿਲ ਜੂਗੀ ਜੀ ਔਰ PDF ਮਿਲ ਜੂਗੀ ਜੀ, ਤੇ ਉਹਨੂੰ ਤੁਸੀਂ ਡਾਊਨਲੋਡ ਕਰ ਲਿਓ। ਤੇ ਅੱਜ ਦੀ ਕਲਾਸ ਦੇ ਜਿਹੜੇ ਹੋਮਵਰਕ ਕੁਐਸਚਨ ਹੈ ਜੀ ਉਹ ਹੈਗਾ ਪੱਕੇ ਟਾਈਗਰ ਰਿਜ਼ਰਵ ਹੈ ਜਿਹੜਾ ਉਹ ਕਿਹੜੀ ਸਟੇਟ ਦੇ ਵਿੱਚ ਹੈ ਜੀ, ਇਹ ਤੁਸੀਂ ਸਾਨੂੰ ਕਮੈਂਟਸ ਦੇ ਵਿੱਚ ਦੱਸਣਾ ਜੀ। ਤੇ ਅਗਲਾ ਹੈ ਜੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਨੇ ਆਪਣੇ 7 ਸਾਲ ਪੂਰੇ ਕਰ ਲਏ ਹਨ, ਇਹਦੀ ਸ਼ੁਰੂਆਤ ਕਦੋਂ ਕੀਤੀ ਗਈ ਸੀ, ਕਿਹੜੀ ਡੇਟ ਨੂੰ ਇਹ ਸ਼ੁਰੂ ਹੋਈ ਸੀ, ਉਹ ਡੇਟ ਤੁਸੀਂ ਸਾਨੂੰ ਕਮੈਂਟਸ ਦੇ ਵਿੱਚ ਦੱਸਣੀ ਹੈ ਜੀ। ਤਾਂ ਅੱਜ ਦੀ ਕਲਾਸ ਨੂੰ ਹੁਣ ਆਪਾਂ ਇੱਥੇ ਸਮਾਪਤ ਕਰਾਂਗੇ ਜੀ। ਮਿਲਦੇ ਹਾਂ ਅਗਲੀ ਕਲਾਸ ਦੇ ਲਈ, ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ।